ਜਾਦੂਈ ਸਵੈਟਰ। ਇੱਕ ਪਿੰਡ ਵਿੱਚ ਰਮਨ ਨਾਮ ਦਾ ਬਹੁਤ ਸ਼ਾਂਤ ਅਤੇ ਮਾਸੂਮ ਮੁੰਡਾ ਰਹਿੰਦਾ ਸੀ। ਆਪਦੀ ਇਸ ਗੱਲ ਕਰਕੇ ਰਮਨ ਕਿਸੇ ਨਾਲ ਗੱਲ ਨਹੀਂ ਕਰ ਪਾਉਂਦਾ ਸੀ ਅਤੇ ਜ਼ਿਆਦਾਤਰ ਇਕੱਲਾ ਹੀ ਰਹਿੰਦਾ ਸੀ। ਸਕੂਲ ਤੋਂ ਆਉਣ ਤੋਂ ਬਾਅਦ ਰਮਨ ਆਪਦਾ ਬਚਿਆ ਹੋਇਆ ਸਮਾਂ ਆਪਦੇ ਘਰ ਦੇ ਲਾਗੇ ਵਾਲੇ ਘਣੇ ਜੰਗਲ ਦੇ ਵਿੱਚ ਹੀ ਬਹਿ ਕੇ ਜਾਨਵਰਾਂ ਦੇ ਨਾਲ ਲਗਾਉਂਦਾ ਸੀ। ਰਮਨ ਨੂੰ ਜੰਗਲ ਵਿੱਚ ਰੋਜ਼ ਨਵੀਆਂ ਚੀਜ਼ਾਂ ਮਿਲਦੀਆਂ ਸਨ, ਜਿਨ੍ਹਾਂ ਨੂੰ ਦੇਖ ਕੇ ਉਹ ਬਹੁਤ ਖੁਸ਼ ਹੋ ਜਾਂਦਾ। ਇੱਕ ਦਿਨ ਇੰਜ ਹੀ ਰਮਨ ਜੰਗਲ ਵਿੱਚ ਘੁੰਮ ਰਿਹਾ ਸੀ ਤਾਂ ਉਹਦੀ ਨਜ਼ਰ ਦੂਰ ਪਈ ਇੱਕ ਚਮਕਦਾਰ ਚੀਜ਼ ਤੇ ਪਈ। ਉਸ ਚਮਕ ਨੂੰ ਦੇਖ ਕੇ ਰਮਨ ਆਕਰਸ਼ਿਤ ਹੋ ਗਿਆ ਅਤੇ ਉਹਦੇ ਕੋਲ ਜਾਣ ਲੱਗਿਆ। ਜਦੋਂ ਰਮਨ ਉਹਦੇ ਕੋਲ ਗਿਆ ਤਾਂ ਉਹਨੇ ਦੇਖਿਆ ਕਿ ਉਹ ਚਮਕ ਇੱਕ ਮਾਮੂਲੀ ਸਵੈਟਰ ਵਿੱਚੋਂ ਆ ਰਹੀ ਸੀ। ਰਮਨ ਨੂੰ ਹੈਰਾਨੀ ਹੋਈ ਕਿ ਇਸ ਘਣੇ ਜੰਗਲ ਵਿੱਚ ਇਹ ਚਮਕਦਾਰ ਸਵੈਟਰ ਆਇਆ ਕਿਵੇਂ। ਰਮਨ ਸਵੈਟਰ ਦੇਖ ਕੇ ਕੁਝ ਸੋਚਣ ਲੱਗਿਆ। ਕਿਉਂ ਨਾ ਮੈਂ ਇਹਨੂੰ ਆਪਦੇ ਨਾਲ ਲੈ ਜਾਵਾਂ ਅਤੇ ਇਸ ਸਵੈਟਰ ਨੂੰ ਮੈਂ ਆਪਦੇ ਕੋਲ ਰੱਖ ਲਵਾਂ। ਇਹ ਸੋਚ ਕੇ ਰਮਨ ਦਰਖਤ ਦੇ ਥੱਲੇ ਪਏ ਉਸ ਚਮਕਦਾਰ ਸਵੈਟਰ ਨੂੰ ਚੱਕਣ ਲੱਗਿਆ ਤੇ ਉਦੋਂ ਹੀ ਮੈਂ ਇਹਨੂੰ ਚੱਕ ਕਿਉਂ ਨਹੀਂ ਪਾ ਰਿਹਾ? ਇਹ ਇੰਨਾ ਭਾਰੀ ਕਿਵੇਂ ਹੋ ਸਕਦਾ ਹੈ? ਤੂੰ ਇਹਨੂੰ ਚੱਕਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਤੂੰ ਇਹਨੂੰ ਨਹੀਂ ਚੱਕ ਪਾਏਗਾ। ਇਹ ਆਵਾਜ਼ ਕਿੱਥੋਂ ਆ ਰਹੀ ਹੈ? ਮੈਂ ਤਾਂ ਇੱਥੇ ਇਕੱਲਾ ਹਾਂ। ਕੌਣ ਹੈ ਇੱਥੇ? ਸਾਹਮਣੇ ਆਓ। ਕੌਣ ਹੈ ਇੱਥੇ? ਓਏ ਇੰਨੇ ਸਾਰੇ ਸਵਾਲ, ਉਹ ਵੀ ਇਕੱਠੇ। ਦੇਖ ਮੈਂ ਤੇਰੇ ਸਾਹਮਣੇ ਹੀ ਹਾਂ, ਦੇਖ ਤਾਂ ਸਹੀ। ਪਰ ਤੂੰ ਹੈ ਕਿੱਥੇ? ਮੈਨੂੰ ਦਿਖ ਕਿਉਂ ਨਹੀਂ ਰਿਹਾ? ਸਾਹਮਣੇ ਤਾਂ ਆ। ਮੈਂ ਦਰਖਤ ਹਾਂ ਅਤੇ ਤੇਰੇ ਸਾਹਮਣੇ ਖੜਾ ਹਾਂ। ਹੈ ਪਰ ਤੂੰ ਬੋਲ ਕਿਵੇਂ ਸਕਦਾ ਹੈ? ਤੂੰ ਤਾਂ ਦਰਖਤ ਹੈ। ਜਿਵੇਂ ਇਹ ਸਵੈਟਰ ਚਮਕ ਸਕਦਾ ਹੈ, ਉਵੇਂ ਹੀ ਮੈਂ ਬੋਲ ਸਕਦਾ ਹਾਂ। ਓਏ ਇਹ ਮੇਰੇ ਨਾਲ ਕੀ ਹੋ ਰਿਹਾ ਹੈ? ਮੈਨੂੰ ਤਾਂ ਕੁਝ ਵੀ ਸਮਝ ਨਹੀਂ ਆ ਰਿਹਾ। ਜ਼ਿਆਦਾ ਪਰੇਸ਼ਾਨ ਨਾ ਹੋ, ਮੈਂ ਤੈਨੂੰ ਦੱਸਦਾ ਹਾਂ। ਹੁਣ ਮੇਰੀ ਗੱਲ ਧਿਆਨ ਨਾਲ ਸੁਣ। ਇਹ ਜੋ ਸਵੈਟਰ ਹੈ, ਇਹ ਕੋਈ ਮਾਮੂਲੀ ਸਵੈਟਰ ਨਹੀਂ ਹੈ। ਇਹ ਇੱਕ ਜਾਦੂਈ ਸਵੈਟਰ ਹੈ ਅਤੇ ਇਹ ਸਵੈਟਰ ਨੂੰ ਜਿਹੜਾ ਵੀ ਬੰਦਾ ਪਾਉਂਦਾ ਹੈ ਉਹ ਗਾਇਬ ਹੋ ਜਾਂਦਾ ਹੈ। ਕੀ ਗਾਇਬ ਮਤਲਬ? ਹਾਂ, ਗਾਇਬ ਮਤਲਬ ਜਦੋਂ ਤੂੰ ਇਸ ਸਵੈਟਰ ਨੂੰ ਪਾਏਗਾ ਤਾਂ ਤੂੰ ਕਿਸੇ ਨੂੰ ਵੀ ਨਹੀਂ ਦਿਖੇਗਾ ਅਤੇ ਤੂੰ ਜੋ ਕੰਮ ਕਰਨਾ ਚਾਹੇਗਾ ਉਹ ਬਿਨਾਂ ਕਿਸੇ ਨੂੰ ਦਿਖੇ ਕਰ ਪਾਏਗਾ। ਪਰ ਇਹ ਜਾਦੂਈ ਸਵੈਟਰ ਮੈਨੂੰ ਹੀ ਕਿਉਂ ਮਿਲਿਆ? ਤੂੰ ਸਾਡੇ ਜੰਗਲ ਦੇ ਵਿੱਚ ਕਾਫੀ ਸਮੇਂ ਤੋਂ ਆ ਰਿਹਾ ਹੈ ਅਤੇ ਤੂੰ ਇੱਕ ਦਿਆਲੂ ਅਤੇ ਨੇਕ ਬੱਚਾ ਹੈ, ਜਿਹਨੂੰ ਦੇਖ ਕੇ ਸਾਨੂੰ ਤੇਰੇ ਤੇ ਵਿਸ਼ਵਾਸ ਹੋ ਗਿਆ ਹੈ ਕਿ ਤੂੰ ਕਦੇ ਵੀ ਸਵੈਟਰ ਦਾ ਗਲਤ ਇਸਤੇਮਾਲ ਨਹੀਂ ਕਰੇਗਾ। ਪਰ ਮੈਂ ਇਹਨੂੰ ਚੱਕ ਕਿਉਂ ਨਹੀਂ ਪਾ ਰਿਹਾ? ਕਿਉਂਕਿ ਇਹਨੂੰ ਚੱਕਣ ਦੇ ਲਈ ਤੈਨੂੰ ਇਹ ਕਸਮ ਖਾਣੀ ਪਊਗੀ ਕਿ ਤੂੰ ਕਦੇ ਵੀ ਸਵੈਟਰ ਦਾ ਗਲਤ ਇਸਤੇਮਾਲ ਨਹੀਂ ਕਰੇਗਾ। ਠੀਕ ਹੈ, ਮੈਂ ਕਸਮ ਖਾਂਦਾ ਹਾਂ ਕਿ ਮੈਂ ਕਦੇ ਵੀ ਇਸ ਜਾਦੂਈ ਸਵੈਟਰ ਦਾ ਗਲਤ ਇਸਤੇਮਾਲ ਨਹੀਂ ਕਰੂੰਗਾ। ਤਾਂ ਫੇਰ ਠੀਕ ਹੈ, ਤੂੰ ਇਹਨੂੰ ਰੱਖ ਸਕਦਾ ਹੈ। ਹਾਂ, ਪਰ ਯਾਦ ਰੱਖੀ ਕਿ ਜੇ ਤੂੰ ਕਦੇ ਵੀ ਇਸ ਜਾਦੂਈ ਸਵੈਟਰ ਦਾ ਗਲਤ ਇਸਤੇਮਾਲ ਕੀਤਾ ਤਾਂ ਇਹਦਾ ਅਸਰ ਉਸੇ ਸਮੇਂ ਖਤਮ ਹੋ ਜਾਊਗਾ। ਖੁਸ਼ੀ ਨਾਲ ਸਵੈਟਰ ਚੱਕਦਾ ਹੋਇਆ ਪਿੰਡ ਵੱਲ ਚੱਲ ਪੈਂਦਾ ਹੈ ਅਤੇ ਸੋਚਦਾ ਹੈ ਕਿ ਕਿਉਂ ਨਾ ਇਸ ਸਵੈਟਰ ਨੂੰ ਅਜਮਾ ਕੇ ਦੇਖਿਆ ਜਾਵੇ। ਹੁਣ ਇਹ ਸਵੈਟਰ ਪਾ ਲੈਣਾ ਹਾਂ ਅਤੇ ਦੇਖਦਾ ਹਾਂ ਕਿ ਸੱਚਿਓ ਮੈਨੂੰ ਕੋਈ ਨਹੀਂ ਦੇਖ ਪਾਉਂਦਾ। ਰਮਨ ਸਵੈਟਰ ਪਾ ਕੇ ਲੋਕਾਂ ਦੇ ਵਿੱਚ ਜਾ ਕੇ ਖੜਾ ਹੋ ਜਾਂਦਾ ਹੈ ਅਤੇ ਉਹਨਾਂ ਦੀਆਂ ਗੱਲਾਂ ਸੁਣਨ ਲੱਗਦਾ ਹੈ, ਪਰ ਰਮਨ ਨੂੰ ਕੋਈ ਵੀ ਦੇਖ ਨਹੀਂ ਪਾਉਂਦਾ ਅਤੇ ਇਸੇ ਤਰ੍ਹਾਂ ਉਹ ਹਰ ਇੱਕ ਦੁਕਾਨ ਅਤੇ ਘਰ ਵਿੱਚ ਜਾ ਕੇ
ਸਵੈਟਰ ਨੂੰ ਟੈਸਟ ਕਰਦਾ ਹੈ, ਪਰ ਰਮਨ ਨੂੰ ਕੋਈ ਦੇਖ ਨਹੀਂ ਪਾਉਂਦਾ। ਅਗਲੇ ਦਿਨ ਰਮਨ ਫੇਰ ਪਿੰਡ ਵੱਲ ਨਿਕਲ ਜਾਂਦਾ ਹੈ ਅਤੇ ਸੋਚਦਾ ਹੈ, ਮੈਨੂੰ ਤਾਂ ਕੋਈ ਵੀ ਦੇਖ ਨਹੀਂ ਪਾ ਰਿਹਾ। ਹੁਣ ਮੈਂ ਜਿਵੇਂ ਚਾਹਾਂ ਜਿੱਥੇ ਚਾਹਾਂ ਮੈਂ ਜਾ ਸਕਦਾ ਹਾਂ। ਰਮਨ ਲਗਾਤਾਰ ਚੱਲਣ ਕਰਕੇ ਥੱਕ ਜਾਂਦਾ ਹੈ ਅਤੇ ਉਹਨੂੰ ਭੁੱਖ ਲੱਗਣ ਲੱਗਦੀ ਹੈ ਅਤੇ ਉਹ ਘਰ ਵੱਲ ਜਾਣ ਲੱਗਦਾ ਹੈ। ਤੇ ਉਦੋਂ ਹੀ ਫੇਰ ਉਹਦੇ ਦਿਮਾਗ ਵਿੱਚ ਇੱਕ ਹੋਰ ਖਿਆਲ ਆਉਂਦਾ ਹੈ, ਬਹੁਤ ਜ਼ਿਆਦਾ ਭੁੱਖ ਲੱਗ ਰਹੀ ਹੈ, ਪਰ ਜਦੋਂ ਮੈਨੂੰ ਕੋਈ ਦੇਖ ਨਹੀਂ ਸਕਦਾ ਤਾਂ ਕਿਉਂ ਨਾ ਮੈਂ ਇੱਥੇ ਹੀ ਕੁਝ ਖਾ ਲਵਾਂ। ਰਮਨ ਬਿਨਾਂ ਕੁਝ ਸੋਚੇ ਸਮਝੇ ਲਾਗੇ ਦੇ ਹਲਵਾਈ ਦੀ ਦੁਕਾਨ ਤੋਂ ਮਿਠਾਈ ਚੋਰੀ ਕਰ ਲੈਂਦਾ ਹੈ ਅਤੇ ਉੱਥੇ ਹੀ ਖਾਣ ਲੱਗਦਾ ਹੈ। ਉਦੋਂ ਹੀ ਉਹਨੂੰ ਹਲਵਾਈ ਦੇਖ ਲੈਂਦਾ ਹੈ। ਤੇਰੇ ਨਹੀਂ ਕਰਾਰਾ ਮੈਨੂੰ ਪੱਟਿਆ, ਦੱਸ ਮੈਂ ਕਿਉਂ? ਓਏ ਰੁਕ, ਤੂੰ ਮੇਰੀ ਦੁਕਾਨ ਵਿੱਚੋਂ ਮਿਠਾਈ ਚੋਰੀ ਕੀਤੀ, ਹੁਣ ਤੂੰ ਨਹੀਂ ਬਚੇਗਾ ਪੁੱਤ। ਮੈਂ ਤਾਂ ਕਿਸੇ ਨੂੰ ਦਿਖ ਨਹੀਂ ਸਕਦਾ, ਤਾਂ ਮੈਨੂੰ ਇਸ ਹਲਵਾਈ ਨੇ ਕਿਵੇਂ ਦੇਖ ਲਿਆ? ਉਦੋਂ ਹੀ ਰਮਨ ਉੱਥੋਂ ਭੱਜ ਜਾਂਦਾ ਹੈ ਅਤੇ ਸਿੱਧਾ ਉਸੇ ਦਰਖਤ ਦੇ ਕੋਲ ਜਾ ਕੇ ਖੜਾ ਹੋ ਜਾਂਦਾ ਹੈ ਜਿੱਥੇ ਉਹਨੂੰ ਉਹ ਜਾਦੂਈ ਸਵੈਟਰ ਮਿਲਿਆ ਸੀ। ਤੁਸੀਂ ਤਾਂ ਕਿਹਾ ਸੀ ਕਿ ਕੋਈ ਮੈਨੂੰ ਨਹੀਂ ਦੇਖ ਸਕਦਾ, ਤਾਂ ਉਸ ਹਲਵਾਈ ਨੇ ਮੈਨੂੰ ਕਿਵੇਂ ਦੇਖ ਲਿਆ? ਮੈਂ ਤੈਨੂੰ ਪਹਿਲਾਂ ਹੀ ਸਮਝਾਇਆ ਸੀ ਕਿ ਕਦੇ ਵੀ ਇਸ ਸਵੈਟਰ ਦਾ ਗਲਤ ਇਸਤੇਮਾਲ ਨਾ ਕਰੀ, ਪਰ ਤੂੰ ਇਸ ਸਵੈਟਰ ਨੂੰ ਪਾ ਕੇ ਚੋਰੀ ਕੀਤੀ, ਇਸ ਲਈ ਇਹਦਾ ਜਾਦੂ ਖਤਮ ਹੋ ਗਿਆ। ਮੈਂ ਹੁਣ ਇਹ ਗਲਤੀ ਦੁਬਾਰਾ ਨਹੀਂ ਕਰਾਂਗਾ। ਇਸ ਸਵੈਟਰ ਦਾ ਜਾਦੂ ਕਿਰਪਾ ਕਰਕੇ ਮੈਨੂੰ ਵਾਪਸ ਕਰ ਦੋ। ਨਹੀਂ, ਤੂੰ ਸਾਡੇ ਭਰੋਸੇ ਦਾ ਗਲਤ ਇਸਤੇਮਾਲ ਕੀਤਾ ਹੈ, ਹੁਣ ਇਸ ਦੀ ਸਜ਼ਾ ਤੈਨੂੰ ਮਿਲੂਗੀ। ਇਹ ਸਵੈਟਰ ਹੁਣ ਤੂੰ ਇੱਥੇ ਹੀ ਛੱਡ ਜਾ ਅਤੇ ਵਾਪਸ ਇੱਥੇ ਕਦੇ ਮੁੜ ਕੇ ਨਾ ਦੇਖੀ। ਰਮਨ ਦੀਆਂ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਉਹ ਦਰਖਤ ਨਹੀਂ ਮੰਨਦਾ ਅਤੇ ਰਮਨ ਨੂੰ ਸਵੈਟਰ ਉੱਤੇ ਹੀ ਛੱਡ ਕੇ ਜਾਣਾ ਪੈਂਦਾ।